ਤੇ ਉਧਰ ਗੱਲ ਕਰਦੇ ਹਾਂ ਹੁਣ ਸਫਾਈ ਸੇਵਕਾਂ ਦੀ ਹੜਤਾਲ ਦੀ ਜੋ ਖਤਮ ਕਰ ਦਿੱਤੀ ਗਈ ਹੈ। ਸਰਕਾਰ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੇ ਵੱਲੋਂ ਸਫਾਈ ਸੇਵਕਾਂ ਦੇ ਨਾਲ ਮੀਟਿੰਗ ਕੀਤੀ ਗਈ ਤੇ ਮੀਟਿੰਗ ਦੇ ਵਿੱਚ ਉਹਨਾਂ ਦੀਆਂ ਮੰਗਾਂ 1 ਮਹੀਨੇ ਦੇ ਅੰਦਰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਪੱਕਾ ਕਰਨ ਦੀ ਮੰਗ ਤੇ ਸਰਕਾਰ ਨੇ 1 ਮਹੀਨੇ ਦੇ ਵਿੱਚ ਫੈਸਲਾ ਕਰਨ ਦਾ ਭਰੋਸਾ ਦਿੱਤਾ ਹੈ ਤੇ ਮੀਟਿੰਗ 'ਚ ਸਫਾਈ ਸੇਵਕਾਂ ਦੀਆਂ 16 ਮੰਗਾਂ ਤੇ ਵਿਚਾਰ ਕੀਤਾ ਗਿਆ ਹੈ। ਸਵੀਪਰਾਂ ਦੇ ਲਈ 500 ਰੁਪਏ ਸਪੈਸ਼ਲ ਅਲਾਉਂਸ ਦਾ ਵੀ ਐਲਾਨ ਕੀਤਾ ਗਿਆ ਹੈ ਤੇ ਡਿਵੈਲਪਮੈਂਟ ਟੈਕਸ ਤੋਂ ਛੋਟ ਦਿੱਤੀ ਗਈ ਹੈ, ਜਿਸ ਤੋਂ ਬਾਅਦ ਸਫਾਈ ਸੇਵਕਾਂ ਦੀ ਹੜਤਾਲ ਖਤਮ ਕਰ ਦਿੱਤੀ ਗਈ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਜਾਰੀ ਸੀ। ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਸੀਗੀਆਂ ਉਹਨਾਂ ਤੇ ਠੀਕ ਫੈਸਲਾ ਲਿਆ ਗਿਆ ਔਰ ਪੰਜਾਬ ਦੇ ਲੋਕ ਜਿਹੜੇ ਪਿਛਲੇ ਕੁਝ ਦਿਨਾਂ ਤੋਂ ਸਫਾਈ ਨਾ ਹੋਣ ਦੀ ਵਜ੍ਹਾ ਨਾਲ ਤੰਗੀ ਮਹਿਸੂਸ ਕਰ ਰਹੇ ਸੀਗੇ, ਜਿਹਦੀ ਚਿੰਤਾ ਮੈਨੂੰ ਵੀ ਸੀ, ਮੇਰੇ ਆਫੀਸਰਸ ਨੂੰ ਵੀ ਸੀ। ਸਭ ਤੋਂ ਬੜੀ ਚਿੰਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਸੀ ਔਰ ਅਸੀਂ ਚਾਹੁੰਦੇ ਸੀ ਕਿ ਇਹਨਾਂ ਦੇ ਨਾਲ ਜਿਹੜੇ ਕੋਈ ਇਹਨਾਂ ਦੀ ਜਸਟੀਫਾਈਡ ਡਿਮਾਂਡਸ ਹੈ ਉਹ ਪੂਰੀਆਂ ਹੋਣੀਆਂ ਚਾਹੀਦੀਆਂ। ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ EMPLOYEES ਆਪਣੇ ਲੋਕ ਉਹਨਾਂ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਸਮਝਦੇ ਹੋਏ ਉਹਨਾਂ ਦਾ ਸਾਰਾ ਖਿਆਲ ਰੱਖਣਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਔਰ ਇਸੇ ਨੂੰ ਦੇਖਦੇ ਹੋਏ ਕਈ ਦਿਨ ਤੋਂ ਇਹਨਾਂ ਦਾ ਡਾਇਲੋਗ ਚੱਲ ਰਿਹਾ ਸੀ ਔਰ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਇਸ ਲੀਡਰਸ਼ਿਪ ਦਾ ਇਹਨਾਂ ਦਾ ਕਿ ਇਹਨਾਂ ਨੇ ਸਾਡੀ ਮੰਗ ਜਿਹੜੀ ਸਾਡੀ ਮੰਗ ਵੀ ਸੀ ਕਿ ਸਟ੍ਰਾਈਕ ਨੂੰ ਜਿਹੜਾ ਹੈ ਹੁਣ ਖਤਮ ਕੀਤਾ ਜਾਏ। ਬਹੁਤ ਦਿਨ ਹੋ ਗਏ ਔਰ ਇਹਨਾਂ ਦੀਆਂ ਮੰਗਾਂ ਅਸੀਂ ਸਵੀਕਾਰ ਕੀਤੀਆਂ। ਸਾਡੀ ਗੱਲ ਇਹ ਸਵੀਕਾਰ ਕਰ ਰਹੇ ਨੇ, ਕਾਲ ਆਫ ਕਰ ਰਹੇ ਨੇ ਸਟ੍ਰਾਈਕ ਕੱਲ੍ਹ ਸਵੇਰ ਤੋਂ। ਤੇ ਗੱਲ ਕਰਦੇ ਹਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਲੰਚ ਡਿਪਲੋਮੈਸੀ ਦੀ। ਕੈਪਟਨ ਅਮਰਿੰਦਰ ਸਿੰਘ ਨੇ ਲੰਚ ਤੇ ਕਈ ਸ਼ਹਿਰੀ ਖੇਤਰਾਂ ਦੇ ਮੰਤਰੀਆਂ ਤੇ ਵਿਧਾਇਕਾਂ ਤੇ ਪਾਰਟੀ ਦੇ ਹਿੰਦੂ ਚਿਹਰਿਆਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਇਸ ਦੌਰਾਨ ਉਹਨਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਨੇ। ਕਿਸ ਤਰ੍ਹਾਂ ਪਾਰਟੀ ਨੂੰ ਗਰਾਊਂਡ ਪੱਧਰ ਤੇ ਮਜ਼ਬੂਤ ਕੀਤਾ ਜਾਵੇ, ਇਸ ਦੇ ਬਾਰੇ ਚਰਚਾਵਾਂ ਹੋਈਆਂ ਨੇ। ਮੀਟਿੰਗ ਦੌਰਾਨ ਬੇਸ਼ੱਕ ਇਹ ਦੱਸਿਆ ਗਿਆ ਕਿ ਸ਼ਹਿਰੀ ਖੇਤਰਾਂ ਦੇ ਮਸਲਿਆਂ ਤੇ ਵਿਕਾਸ ਨੂੰ ਲੈ ਕੇ ਚਰਚਾ ਹੋਈ ਹੈ ਤੇ ਸਰਕਾਰ ਸ਼ਹਿਰੀ ਖੇਤਰਾਂ ਦੇ ਲਈ ਖਜ਼ਾਨੇ ਦਾ ਮੂੰਹ ਖੋਲ ਸਕਦੀ ਹੈ। ਪਰ ਖਬਰ ਇਹ ਵੀ ਹੈ ਕਿ ਕੁਝ ਆਗੂਆਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਸ਼ਿਕਾਇਤਾਂ ਕੀਤੀਆਂ ਸੀ। ਕੈਪਟਨ ਦੀ ਇਹ ਮੀਟਿੰਗ ਇਸ ਦੇ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਦਿੱਲੀ ਦੇ ਵਿੱਚ ਹਾਈ ਕਮਾਂਡ ਦੇ ਨਾਲ ਮੁਲਾਕਾਤ ਕਰਕੇ ਆਪਣਾ ਪੱਲੜਾ ਭਾਰੀ ਕਰਨ ਦੇ ਵਿੱਚ ਲੱਗੇ ਹੋਏ ਨੇ ਤਾਂ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਆਪਣਾ ਕੁਨਬਾ ਮਜ਼ਬੂਤ ਕਰਨ ਦੇ ਵਿੱਚ ਲੱਗੇ ਨੇ। ਲਗਾਤਾਰ ਇੱਕ ਤੋਂ ਬਾਅਦ ਮੀਟਿੰਗਾਂ ਦਾ ਦੌਰ ਕਾਂਗਰਸ ਦੇ ਵਿੱਚ ਜਾਰੀ ਹੈ। ਸਾਹਿਬਾਨ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਸੀਐਮ ਸਾਹਿਬ ਨੇ, ਕਿਉਂਕਿ 2022 ਦੀ ਇਲੈਕਸ਼ਨ 'ਚ ਆਪਾਂ ਉੱਥੇ ਜਾਣਾ ਹੈ ਤੇ 2022 ਦੀ ਇਲੈਕਸ਼ਨ ਦੇ ਵਿੱਚ ਜੇ ਕੋਈ ਡਿਵੈਲਪਮੈਂਟ ਨੂੰ ਲੈ ਕੇ ਕੋਈ ਹੋਰ ਮੁਸ਼ਕਲ ਹੈ ਉਹਨਾਂ ਦਾ ਹੱਲ ਵਾਸਤੇ ਇਹ ਪਹਿਲਾਂ ਵੀ ਮੀਟਿੰਗਾਂ ਹੁੰਦੀਆਂ ਨੇ ਔਰ ਉਸੇ ਹੀ ਸਿਲਸਿਲੇ ਦੇ ਵਿੱਚ ਅੱਜ ਦੀ ਮੀਟਿੰਗ ਵੀ ਪੁਰਾਣੇ ਲੀਡਰਾਂ ਨੂੰ ਤਵੱਜੋ ਕਹਿੰਦੇ ਉਸ ਤਰੀਕੇ ਦੀ ਨਹੀਂ ਮਿਲ ਪਾ ਰਹੀ। ਨਹੀਂ ਸਾਰਿਆਂ ਨੂੰ ਮਿਲਦੀ। ਦੇਖੋ ਇੰਨੇ 'ਚ ਕਿਤੇ ਨਾ ਕਿਤੇ ਕੋਈ ਇਗਨੋਰ ਹੋ ਜਾਂਦਾ, ਕਦੀ ਇਹੋ ਜਿਹੀ ਗੱਲ ਸੀਐਮ ਸਾਹਿਬ ਵੱਲੋਂ ਹੋਈ ਨਹੀਂ ਗੀ। ਹਿੰਦੂ ਲੀਡਰ ਸਾਹਿਬਾਨ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਸੀਐਮ ਸਾਹਿਬ ਨੇ, ਕਿਉਂਕਿ 2000 ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਇਲਜ਼ਾਮ ਹੈ ਕਿ ਕੁਰਸੀ ਬਚਾਉਣ ਦੇ ਲਈ ਵਿਧਾਇਕਾਂ ਦੀ ਖਰੀਦੋ ਫਰੋਖਤ ਹੋ ਰਹੀ ਹੈ, ਜਦਕਿ ਕਾਂਗਰਸ ਨੇ ਇਹ ਕਹਿ ਕੇ ਪਲਟਵਾਰ ਕੀਤਾ ਹੈ ਕਿ ਆਮ ਆਦਮੀ ਪਾਰਟੀ ਪਹਿਲਾਂ ਆਪਣੇ ਆਪ ਨੂੰ ਸੰਭਾਲ ਲਵੇ। ਕੈਪਟਨ ਸਾਹਿਬ ਦੇ ਪ੍ਰਤੀ ਨਾਰਾਜ਼ਗੀ ਆ ਪੰਜਾਬ ਦੇ ਵਿਧਾਇਕਾਂ ਦੀ, ਕਾਂਗਰਸ ਪਾਰਟੀ ਦੇ ਵਿਧਾਇਕਾਂ ਦੀ। ਉਸ ਨਾਰਾਜ਼ਗੀ ਨੂੰ ਰੋਕਣ ਦੇ ਲਈ ਕੈਪਟਨ ਸਾਹਿਬ ਨੇ ਡਿਨਰ ਡਿਪਲੋਮੈਸੀ ਸ਼ੁਰੂ ਕੀਤੀ ਆ। ਜਿਹੜੀ ਵਿਧਾਇਕ ਨੇ ਉਹਨਾਂ ਦੀ ਖਰੀਦੋ ਫਰੋਖਤ ਸ਼ੁਰੂ ਕੀਤੀ ਆ। ਪਹਿਲਾਂ 2 ਵਿਧਾਇਕਾਂ ਦੇ ਬੱਚਿਆਂ ਨੂੰ ਨੌਕਰੀ ਦੇ ਕੇ ਉਹਨਾਂ ਨੂੰ ਟਿਕਾਉਣ ਦਾ ਯਤਨ ਕੀਤਾ। ਹੁਣ ਕਿਸੇ ਨੂੰ ਚੇਅਰਮੈਨ ਲਾ ਰਹੇ ਨੇ, ਕਿਸੇ ਨੂੰ ਕੁਛ ਲਾ ਰਹੇ ਨੇ, ਕਿਸੇ ਦੇ ਮੁੰਡੇ ਨੂੰ ਸੈੱਟ ਕਰ ਰਹੇ ਨੇ, ਕਿਸੇ ਦੀ ਕੁੜੀ ਨੂੰ ਸੈੱਟ ਕਰ ਰਹੇ ਨੇ, ਕਿਸੇ ਨੂੰ ਕਿਸੇ ਮਾਫੀਆ ਦਾ ਹਿੱਸਾ ਬਣਾ ਰਹੇ ਨੇ, ਕਿਸੇ ਨੂੰ ਕਹਿ ਰਹੇ ਨੇ ਕਿ ਤੂੰ ਪੰਜਾਬ ਦਾ ਲੈਂਡ ਮਾਫੀਆ ਸਾਂਭ ਲਾ, तू सैंड माफिया संभला, तू बिजली माफिया संभला। अरे भैया आप अपना कुनबा संभालो। वो बेचारे बिना ही मूल के बिक रहे हैं, कहीं कहीं कोई कहीं, और आप संभाल नहीं पा रहे। और आम आदमी पार्टी का कुनबा बिखरा पड़ा है, झाड़ू तिला तिला हुआ है। आप दूसरे के घरों के ऊपर अंदर जाकर देखने की बजाय अपने गिरेबां पे जाको। झाड़ू के साथ कोई एमएलए रहना नहीं चाहता। ਤੇ ਉਧਰ ਹੁਣ ਗੱਲ ਕਰਦੇ ਹਾਂ ਸੁਖਬੀਰ ਬਾਦਲ ਦੀ, ਜਿਨ੍ਹਾਂ ਤੇ FIR ਦਰਜ ਹੋ ਗਈ ਹੈ। ਮਾਈਨਿੰਗ ਵਾਲੀ ਜਗ੍ਹਾ ਤੇ ਰੇਡ ਨੂੰ ਲੈ ਕੇ ਸੁਖਬੀਰ ਬਾਦਲ ਤੇ FIR ਦਰਜ ਕਰ ਲਈ ਗਈ ਹੈ ਤੇ ਵਿਰਸਾ ਸਿੰਘ ਵਲਟੋਆ ਅਤੇ ਬੋਨੀ ਅਜਨਾਲਾ ਨੂੰ ਵੀ ਇਸ FIR ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਲਜ਼ਾਮ ਨੇ ਸਰਕਾਰੀ ਕੰਮਕਾਜ ਦੇ ਵਿੱਚ ਦਖਲਅੰਦਾਜ਼ੀ ਕਰਨ ਦੇ। ਦਰਅਸਲ ਬਿਆਸ ਦੇ ਵਿੱਚ ਜੋ ਮਾਈਨਿੰਗ ਹੋ ਰਹੀ ਸੀ ਉਸ ਨੂੰ ਸੁਖਬੀਰ ਬਾਦਲ ਨੇ ਨਾਜਾਇਜ਼ ਦੱਸਿਆ ਸੀ, ਪਰ ਹੁਣ ਮਾਈਨਿੰਗ ਕੰਪਨੀ ਦੇ ਵੱਲੋਂ
ਡੀਜੀਪੀ ਨੂੰ ਇਸ ਸੰਬੰਧੀ ਸ਼ਿਕਾਇਤ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਇਹ ਜਾਇਜ਼ ਮਾਈਨਿੰਗ ਨੂੰ ਨਾਜਾਇਜ਼ ਦੱਸਿਆ ਗਿਆ ਹੈ ਸੁਖਬੀਰ ਬਾਦਲ ਦੇ ਵੱਲੋਂ ਤੇ ਸਰਕਾਰੀ ਕੰਮਕਾਜ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਗਈ ਹੈ, ਜਿਸ ਲਈ ਸੁਖਬੀਰ ਬਾਦਲ ਤੇ FIR ਦਰਜ ਕਰ ਲਈ ਗਈ ਹੈ। तो उधर सुखबीर बादल ते FIR दर्ज होने तो बाद सियासत भी भख गई है। अकाली दल ने कैप्टन सरकार ते निशाना साधिया है कि हम माफिया ते कार्रवाई की बजाय सुखबीर बादल ते झूठी FIR दर्ज कर दी गई है। माइनिंग माफिया नूं सरकारी सुरक्षा की गल साबित हो गई है। ब्यास दे विच माइनिंग साइट ते रेड करन ते FIR दर्ज हुई है सुखबीर बादल ते सुखबीर ते लीगल माइनिंग दे विच रुकावट पैदा करन दे इल्जाम जो लगाए गए ने ते इसे नूं लैके हुण अकाली दल दे वल्लों कैप्टन सरकार ते पलटवार किया गया है। कहा कि बजाय कि माइनिंग माफिया ते नੱਥ पाई जाए सुखबीर बादल ते ही झूठी FIR दर्ज कर दी गई है। तो हुण गल करते हैं इनेलो सुप्रीमो ते हरियाणा के साबका मुख्यमंत्री OP चौटाला की, जो अज तिहाड़ तो रिहा होणगे। JPT भर्ती घोटाले दे विच OP चौटाला की सज़ा पूरी हो गई है ते हुण उन्हां नूं अज जो है अधिकारत तौर पर रिहा कर दिता जाएगा। करीब 10 बजे बाहर आउणगे जेल तो OP चौटाला ते चौटाला के स्वागत के लिए वड्डी गिणती दे विच इनेलो के जो समर्थक ने OP चौटाला के समर्थक ने इकट्ठे हो रहे हैं। दिल्ली गुरुग्राम बॉर्डर ते वड्डी गिणती दे विच समर्थक इकट्ठे होकर OP चौटाला का स्वागत करनगे। तो उधर गल करते हैं किसानां दी। एक पासे अंदोलन जारी है, दूजे पासे संसद इजलास नूं लैके किसान आगू रणनीति घड़न च जुट गए ने। गुरनाम चढ़ूणी ने तां बकायदा लोकां तो संसद नूं घेरन नूं लैके राय मंगी है। तो उधर बीजेपी किसानां ते हमलावर रुख अपना रही है। खेती कानूनों के खिलाफ अंदोलन लगातार जारी है। किसानों का दिल्ली मोर्चा भी 7 महीनों तो चल रहा है, पर केंद्र सरकार के नाल गलबात ते डेडलॉक बरकरार है। इस सब दे विचाले किसान संसद वाल कुछ करने लैके भी सलाह कीतियां जाण लगियां ने। किसान आगू गुरनाम सिंह चढ़ूणी ने एक वीडियो शेयर करके नवे खेती कानूनों के विरुद्ध चल रहे अंदोलन को लैके लोगों तो सुझाव मंगे ने। चढ़ूणी ने पूछा कि संसद का घेराव करना चाहिए कि नहीं, तो लोगों की राय के आधार पर फैसला लेने की गल कही है। क्या हमें संसद कूच करना चाहिए? क्या हमें इस तरह का कोई प्रोग्राम देना चाहिए? ये संसद कूच की बात मैंने तो उसमें हमारी राय है कि हम हाथ बांध के, हमारी राय नहीं, एक सब की वो हो सकती है कि हम हाथ बांध के आगे ऐसे हाथ बांध के रस्सियों से और फिर हम संसद कूच करें पैदल। उसके लिए में वायलेट का भी जो है वो खतरा नहीं रहेगा और हम आंदोलन ठीक से भी कर सकते हैं। तो इस पे अपनी राय दें कि क्या हमें संसद कूच करना चाहिए या नहीं करना चाहिए। उधर हरियाणा सरकार लगातार किसानों ते सख्ती बरतन के संकेत दे रही है। मुख्यमंत्री मनोहर लाल तो बाद हुण गृह मंत्री अनिल विज ने भी किसानों के आंदोलन को हिंसक करार दिंदियां वरजिया। नहीं, ये गलत है। अब किसान जो हर रोज जो हिंसक होता जा रहा है, महात्मा गांधी के देश में हिंसक आंदोलन नहीं चल सकते, हिंसा का कोई काम नहीं है। अब ये हर जगह के ऊपर ये हिंसात्मक गतिविधियों में आते जा रहे हैं, ये ठीक नहीं। बीजेपी का अंदोलन के प्रति रुख हमलावरी है। हरजीत गरेवाल के मुताबिक अंदोलन को किसान आगू ही बदनाम कर रहे हैं। ਇਹ ਤਾਂ ਸਰਕਾਰਾਂ ਨੂੰ ਕਾਨੂੰਨ ਜਿਹੜਾ ਨਾ ਦੇਸ਼ ਦਾ ਕਾਨੂੰਨ ਲਾਅ ਆਫ ਦਾ ਲੈਂਡ ਉਹ ਲਾਗੂ ਕਰਨਾ ਚਾਹੀਦਾ। ਇਹ ਕਿਸੇ ਦੀ ਵੀ ਇੱਜ਼ਤ ਉਤਾਰ ਦਿੰਦੇ ਆ, ਕਿਸੇ ਨੂੰ ਵੀ ਧੱਕੇ ਮਾਰ ਦਿੰਦੇ ਆ, ਕਿਸੇ ਤੇ ਜ਼ੁਲਮ ਕਰ ਦਿੰਦੇ ਆ, ਕਿਸੇ ਦੇ ਕੱਪੜੇ ਫਾੜ ਦਿੰਦੇ ਆ। ਇਹ ਕੋਈ ਗੱਲ ਹੀ ਨਹੀਂ ਹੈ। ਇਹ ਤਾਂ ਪੰਜਾਬ 'ਚ ਤਾਂ ਇਹ ਹੈ ਖੱਟਰ ਸਾਹਿਬ ਨੂੰ ਸਖਤ ਹੋਣਾ ਚਾਹੀਦਾ ਇਹਦੇ ਤੇ ਔਰ ਹਰ ਸਟੇਟ ਗਵਰਨਮੈਂਟ ਨੂੰ ਸਖਤ ਹੋਣਾ ਚਾਹੀਦਾ। ਗੁੰਡਾਗਰਦੀ ਬੰਦ ਹੋਣੀ ਚਾਹੀਦੀ ਹੈ ਔਰ ਇਹ ਜਿਹੜੇ ਰੇਪ ਨੇ, ਜਿਹੜੇ ਮਰਡਰ ਨੇ, ਉਹ ਕਰਨ ਤੋਂ ਬਾਅਦ ਵੀ ਫਿਰ ਦੇਖੋ ਕਿਵੇਂ ਹੰਕੜਬਾਜ਼ੀ ਦਿਖਾਉਂਦੇ ਆ। ਮਤਲਬ ਲੋਕ ਰਾਜ ਦੇ ਅੰਦਰ ਲੋਕ ਲਾਜ ਜ਼ਰੂਰੀ ਹੁੰਦੀ ਹੈ। ਇਹਨਾਂ ਨੂੰ ਲੋਕਾਂ ਦੀ ਸ਼ਰਮ ਵੀ ਨਹੀਂ ਹੈ। ਆ ਜਿਹੜੇ ਕਿਸਾਨ ਨੇਤਾ ਨੇ ਇਹ ਕ੍ਰਿਮੀਨਲਸ ਨੂੰ ਪਾਲ ਰਹੇ ਆ ਤੇ ਇਹ ਕੋਈ ਕਿਸਾਨ ਅੰਦੋਲਨ ਥੋੜਾ ਰਹਿ ਗਿਆ। संसद का मानसून इजलास इस महीने शुरू होने की संभावना है, जिसनों लैके किसान आगू भी तैयारी खिंचन लग पे ने। हालांकि इसनों लैके संयुक्त किसान मोर्चे ने कोई भी फैसला नहीं लिया। ब्यूरो रिपोर्ट, न्यूज़ 18
ਪੰਜਾਬ।